Hello students, I'm again here with a new video and in this video we are gonna focus on the table charts. ਟੇਬਲ ਚਾਰਟ ਦੇ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋਣ ਕਰਕੇ ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਰਹਿੰਦੀ ਆ ਕਿ ਟੇਬਲ ਚਾਰਟ ਨੂੰ ਕਿਵੇਂ ਲਿਖਿਆ ਜਾਵੇ, ਕਿਵੇਂ ਇਨਫੋਰਮੇਸ਼ਨ ਨੂੰ ਕੈਟਾਗਰਾਈਜ਼ ਕੀਤਾ ਜਾਵੇ, ਕਿਹੜੀ ਉਹ ਇਨਫੋਰਮੇਸ਼ਨ ਆ ਜਿਹਨੂੰ ਛੱਡਿਆ ਜਾਵੇ। ਸੋ ਸਟੂਡੈਂਟ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਗਾਰੰਟੀ ਨਾ ਕਹਿਣਾ ਕਿ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਤੁਹਾਨੂੰ ਟੇਬਲ ਚਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਰਹੂਗੀ। ਬੇਸ਼ੱਕ ਉਹਦੇ ਵਿੱਚ ਡਿਟੇਲ ਘੱਟ ਹੋਵੇ, ਬੇਸ਼ੱਕ ਉਹਦੇ ਵਿੱਚ ਡਿਟੇਲ ਬਹੁਤ ਜ਼ਿਆਦਾ ਹੋਵੇ। ਸੋ ਰਾਈਟਿੰਗ ਟਾਸਕ 1 ਜਦੋਂ ਵੀ ਕਰਨਾ ਸਟੂਡੈਂਟ ਵੀ ਹੈਵ ਟੂ ਫਾਈਂਡ ਦਾ ਕੀ ਫੀਚਰਸ ਸੋ ਜਦੋਂ ਤੁਸੀਂ ਕੀ ਫੀਚਰਸ ਨੂੰ ਲੱਭਣਾ ਸਿੱਖ ਲਓਗੇ and you will be able to convert that information accurately in complex and compound sentences, definitely you can achieve your dream score in IELTS writing task 1. So students, don't waste time and let's get started with the IELTS writing task 1, especially the table charts. One thing important is that don't like my video until you watch it completely, and after watching if you get a single tip that can help you to improve your writing, please do like my video and don't forget to subscribe my channel. ਸੋ ਸਟੂਡੈਂਟ ਸਟਾਰਟ ਕਰਦੇ ਹਾਂ ਅੱਜ ਦਾ ਅਸੀਂ ਰਾਈਟਿੰਗ ਟਾਸਕ 1। ਸਭ ਤੋਂ ਪਹਿਲਾਂ ਉਸੇ ਤਰੀਕੇ ਦੇ ਨਾਲ ਆਪਾਂ ਇੰਟਰੋਡਕਸ਼ਨ ਪੜਾਂਗੇ। ਇੰਟਰੋਡਕਸ਼ਨ ਨੂੰ ਪੜ੍ਹਨ ਤੋਂ ਬਾਅਦ ਅਸੀਂ ਡਿਟੇਲ ਦੇਖਾਂਗੇ ਸਾਰੀ, ਫਿਰ ਬਣਾਵਾਂਗੇ ਇੰਟਰੋਡਕਸ਼ਨ, ਦੈਨ ਕਰਾਂਗੇ ਬੋਡੀ ਪੈਰਾਗ੍ਰਾਫਸ ਸਾਰੇ ਡਿਟੇਲ ਦੇ ਵਿੱਚ। ਸੋ ਦੇਖੀਏ ਕੀ ਹੈਗਾ ਚਾਰਟ। ਦਾ ਡਾਇਆਗ੍ਰਾਮ ਬਿਲੋ ਸ਼ੋਜ਼ ਦਾ ਸਪੈਂਡਿੰਗ ਪੈਟਰਨ ਆਫ 5 ਡਿਫਰੈਂਟ ਕੰਟਰੀਜ਼। ਇਟ ਮੀਨਸ ਕਿ ਸਾਨੂੰ ਜਿਹੜੀ ਡਾਇਆਗ੍ਰਾਮ ਦਿੱਤੀ ਹੋਊਗੀ ਉਹ ਸਾਨੂੰ ਕੀ ਸ਼ੋ ਕਰੂਗੀ, ਸਪੈਂਡਿੰਗ ਪੈਟਰਨ। ਇਟ ਮੀਨਸ ਕਿ ਸਾਡਾ ਜਿਹੜਾ ਚਾਰਟ ਸਾਡਾ ਹੈਗਾ ਅਬਾਊਟ ਸਪੈਂਡਿੰਗ। ਸਪੈਂਡਿੰਗ ਕਿਹਦੀ ਆ, 5 ਡਿਫਰੈਂਟ ਕੰਟਰੀਜ਼ ਦੀ ਸਪੈਂਡਿੰਗ ਦਿੱਤੀ ਹੋਈ ਆ। ਬਟ ਤੁਸੀਂ ਦੇਖ ਸਕਦੇ ਇੰਟਰੋ ਦੇ ਵਿੱਚ ਸਾਨੂੰ ਕੁਛ ਨਹੀਂ ਪਤਾ ਹੈਗਾ ਕਿ ਸਪੈਂਡਿੰਗ ਤਾਂ ਸਾਨੂੰ ਦਿੱਤੀ ਆ, ਬਟ ਸਪੈਂਡਿੰਗ ਸਾਨੂੰ ਪਰਸੈਂਟੇਜ 'ਚ ਦਿੱਤੀ ਆ। ਪਰਸੈਂਟੇਜ ਸਾਨੂੰ ਸਪੈਂਡਿੰਗ ਸਾਨੂੰ ਡਾਲਰਸ ਦੇ ਵਿੱਚ ਦਿੱਤੀ ਆ, ਸਾਨੂੰ ਪਾਊਂਡਸ ਦੇ ਵਿੱਚ ਦਿੱਤੀ ਆ। ਕੁਛ ਵੀ ਯੂਨਿਟ ਇੱਥੇ ਹਲੇ ਤੱਕ ਸਾਨੂੰ ਕਲੀਅਰ ਨਹੀਂ ਹੈਗੀ। ਉਸ ਤੋਂ ਬਾਅਦ ਉਹਨੇ ਕਿਹਾ 5 ਡਿਫਰੈਂਟ ਕੰਟਰੀਜ਼। ਕਿਹੜੀਆਂ 5 ਡਿਫਰੈਂਟ ਕੰਟਰੀਜ਼ ਆ, ਇੰਟਰੋ ਦੇ ਵਿੱਚ ਕੁਛ ਵੀ ਕਲੀਅਰ ਨਹੀਂ ਹੋ ਰਿਹਾ। ਸਪੈਂਡਿੰਗ ਹੋ ਕਿਹੜੀ ਚੀਜ਼ ਦੇ ਉੱਤੇ ਰਹੀ ਆ, ਇਹ ਕੁਛ ਵੀ ਸਾਨੂੰ ਹਲੇ ਤੱਕ ਸਟੂਡੈਂਟ ਨਹੀਂ ਪਤਾ ਹੈਗਾ। ਸੋ ਇੰਟਰੋ ਤੁਹਾਨੂੰ ਦੱਸਦਾ ਹੁੰਦਾ ਹਮੇਸ਼ਾ ਕਿ ਕਦੇ ਵੀ ਪੂਰੀ ਇਨਫੋਰਮੇਸ਼ਨ ਨਹੀਂ ਦਿੰਦੀ, ਇਸ ਕਰਕੇ ਸਾਨੂੰ ਜਾਣਾ ਪੈਣਾ ਚਾਰਟ ਦੇ ਵਿੱਚ। ਚਾਰਟ ਦੇ ਵਿੱਚ ਚੱਲਦੇ ਹਾਂ। ਹੁਣ ਦੇਖੀਏ ਆਪਾਂ ਨੀਚੇ ਸਾਨੂੰ ਦਿੱਤਾ ਸੀਗਾ ਸਪੈਂਡਿੰਗ ਆ ਗਈ। ਆਪਾਂ ਦੇਖਿਆ ਸਾਨੂੰ ਸਪੈਂਡਿੰਗ ਦਿੱਤੀ ਹੋਈ ਹੈ ਜੀ ਪਰਸੈਂਟੇਜ ਦੇ ਵਿੱਚ। ਨੰਬਰ 2 ਤੇ ਉਹਨੇ ਕਿਹਾ ਸੀ 5 ਡਿਫਰੈਂਟ ਕੰਟਰੀਜ਼। 5 ਡਿਫਰੈਂਟ ਕੰਟਰੀਜ਼ ਕਿਹੜੀਆਂ, ਫਰਾਂਸ, ਜਰਮਨੀ, UK, ਟਰਕੀ ਐਂਡ ਸਪੇਨ। ਠੀਕ ਹੈ ਜੀ। ਉਸ ਤੋਂ ਬਾਅਦ ਸਪੈਂਡਿੰਗ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਹੋ ਰਹੀ ਆ, ਅਤੇ ਉਹ ਸਾਡੀ ਸਪੈਂਡਿੰਗ ਹੋ ਰਹੀ ਆ ਫੂਡ ਐਂਡ ਡਰਿੰਕ, ਹਾਊਸਿੰਗ, ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ। ਠੀਕ ਹੈ ਜੀ। ਸੋ ਕੋਈ ਵੀ ਟਾਈਮ ਪੀਰੀਅਡ ਨਹੀਂ ਹੈਗਾ। ਇਟ ਮੀਨਸ ਕਿ ਚਾਰਟ ਸਾਡਾ ਲਿਖਿਆ ਜਾਊਗਾ ਪ੍ਰੈਜ਼ੈਂਟ ਦੇ ਵਿੱਚ। ਐਂਡ ਦੂਸਰੇ ਨੰਬਰ 'ਤੇ ਕੋਈ ਈਅਰ ਨਾ ਹੋਣ ਕਰਕੇ ਇਹ ਚਾਰਟ ਸਾਡਾ ਸਟੇਟਿਕ ਚਾਰਟ ਆ। ਸਟੇਟਿਕ ਚਾਰਟ ਦੇ ਵਿੱਚ ਕੀ ਹੁੰਦਾ ਕਿ ਅਸੀਂ ਇਨਕਰੀਜ਼ ਡਿਕਰੀਜ਼ ਸ਼ੋ ਨਹੀਂ ਕਰ ਸਕਦੇ। ਸੋ ਵੀ ਜਸਟ ਹੈਵ ਟੂ ਕੰਪੇਅਰ ਹੀਅਰ ਇਨਫੋਰਮੇਸ਼ਨ। ਸੋ ਇਹ ਸੀਗਾ ਸਾਡਾ ਹਾਲੇ ਤੱਕ ਓਵਰਆਲ। ਦੇਖੀਏ ਕਰਨਾ ਕਿ summarize the information by selecting and reporting the main features and make comparisons where relevant। ਇੰਸਟਰਕਸ਼ਨ ਹਮੇਸ਼ਾ ਯਾਦ ਰੱਖਣੀ ਹੈ, ਇਹੀ ਤੁਹਾਨੂੰ ਦੱਸਦੀ ਹੈ ਕਿ ਚਾਰਟ ਦੇ ਵਿੱਚ ਕਰਨਾ ਕੀ ਹੈ। summarize the information by selecting and reporting the main features। ਕਿ examiner does not need everything from this chart। examiner ਨੂੰ ਸਾਰਾ ਕੁਝ ਨਹੀਂ ਚਾਹੀਦਾ। we just have to find main features and we have to report them। ਸੋ ਸਮਰਾਈਜ਼ ਕਰਾਂਗੇ ਆਪਾਂ ਮੇਨ ਫੀਚਰਸ ਨੂੰ ਫਾਈਂਡ ਆਊਟ ਕਰਕੇ, ਐਂਡ ਦੈਨ ਮੇਕ ਕੰਪੈਰੀਜ਼ਨਸ ਵੇਅਰ ਰੈਲੇਵੈਂਟ। ਕੰਪੈਰੀਜ਼ਨ ਵੀ ਕਰਨਾ ਪੈਣਾ। ਕੰਪੈਰੀਜ਼ਨ ਮੀਨਸ ਕਿ ਕਿਹੜੀ ਕੰਟਰੀ ਕਿਹੜੀ ਚੀਜ਼ 'ਤੇ ਜ਼ਿਆਦਾ ਖਰਚਦੀ ਹੈ, ਕਿਹੜੀ ਘੱਟ ਖਰਚਦੀ ਹੈ, ਉਹ ਕੰਪੈਰੀਜ਼ਨ ਹੋਊਗਾ ਸਾਡਾ। ਸੋ ਇਹ ਦੋ ਚੀਜ਼ਾਂ ਤਾਂ ਸਟੂਡੈਂਟ ਹਰ ਚਾਰਟ 'ਚ ਕਰਨੀਆਂ ਹੀ ਕਰਨੀਆਂ ਅਗਰ ਵਧੀਆ ਸਕੋਰ ਲੈਣਾ। ਮੇਨ ਫੀਚਰਸ ਪਲੱਸ ਕੰਪੈਰੀਜ਼ਨਸ। ਸੋ ਇਹ ਸਾਡਾ ਹੋ ਗਿਆ। ਹੁਣ ਚਲੀਏ ਸਟੂਡੈਂਟ ਆਪਾਂ ਚਾਰਟ ਦੇ ਉੱਤੇ ਵੀ ਹੈ ਕੀ ਹੈ, ਚਾਰਟ ਦੇ ਵਿੱਚ ਕੀ ਲਿਖਾਂਗੇ ਇਹਦੇ ਵਿੱਚੋਂ। ਸੋ ਫਰਾਂਸ, ਜਰਮਨੀ, UK ਸਾਨੂੰ ਇੱਧਰ ਕੰਟਰੀਜ਼ ਦੇ ਨੇਮ ਦਿੱਤੇ। ਇੱਧਰ ਦਿੱਤਾ ਵੀ ਕਿਹੜੀ ਕਿਹੜੀ ਚੀਜ਼ ਦੇ ਉੱਤੇ ਇਹਨਾਂ ਨੇ ਕਿੰਨਾ ਅਮਾਊਂਟ ਜਿਹੜੀ ਹੈ ਸਪੈਂਡ ਕੀਤੀ ਆ। ਡਾਟਾ ਬਹੁਤ ਜ਼ਿਆਦਾ ਸਟੂਡੈਂਟ, ਕਨਫਿਊਜ਼ ਨਹੀਂ ਹੋਣਾ ਵੀ ਇੰਨੇ ਡਾਟੇ ਨੂੰ ਲਿਖਣਾ ਕਿੱਦਾਂ। ਇੱਕ ਚੀਜ਼ ਯਾਦ ਰੱਖਿਓ, ਜਦੋਂ ਚਾਰਟ ਦੇ ਵਿੱਚ ਡਾਟਾ ਜ਼ਿਆਦਾ ਆ, ਚਾਰਟ ਲਿਖਣਾ ਓਨਾ ਹੀ ਈਜ਼ੀ ਹੁੰਦਾ। ਜਿੰਨਾ ਡਾਟਾ ਘੱਟ ਹੋਊਗਾ ਓਨਾ ਚਾਰਟ ਲਿਖਣਾ ਟਫ ਹੋਊਗਾ, ਬਿਕੋਜ਼ ਯੂ ਨੋ ਦੈਟ ਵੀ ਹੈਵ ਟੂ ਰਾਈਟ ਐਟਲੀਸਟ 150 ਵਰਡਸ। ਸੋ ਜ਼ਿਆਦਾ ਚਾਰਟ ਦੇ ਵਿੱਚੋਂ, ਜ਼ਿਆਦਾ ਡਾਟੇ ਦੇ ਵਿੱਚੋਂ 150 ਵਰਡ ਲਿਖਣਾ ਬਹੁਤ ਈਜ਼ੀ ਹੈ, ਬਟ ਘੱਟ ਦੇ ਵਿੱਚੋਂ 150 ਵਰਡ ਪੂਰਾ ਕਰਨਾ ਬਹੁਤ ਟਫ ਆ। ਸੋ ਇਹ ਚਾਰਟ ਈਜ਼ੀ ਆ, ਨਾ ਕਿ ਟਫ ਹੈਗਾ। ਸੋ ਹੁਣ ਆਪਾਂ ਦੇਖੀਏ ਕਿ ਕਿਸ ਚੀਜ਼ ਦੇ ਉੱਤੇ ਸਪੈਂਡਿੰਗ ਹੋ ਰਹੀ ਆ। ਫਸਟ ਆਫ ਆਲ ਫੂਡ ਐਂਡ ਡਰਿੰਕਸ ਦੇ ਉੱਤੇ ਸਾਰਿਆਂ ਦਾ ਐਕਸਪੈਂਡੀਚਰ ਦਿੱਤਾ 25, 22, 27, 36, 31। ਠੀਕ ਹੈ ਜੀ। ਇਸ ਤਰ੍ਹਾਂ ਹਾਊਸਿੰਗ ਦੇ ਉੱਤੇ 31, 33 ਇਹ ਦਿੱਤਾ ਹੋਇਆ, ਇੱਧਰ 20 ਤੇ 18। ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ ਆ ਸਾਨੂੰ ਐਕਸਪੈਂਡੀਚਰ ਦਿੱਤਾ। ਡਿਵਾਈਡ ਕਿੱਦਾਂ ਕਰਾਂਗੇ, ਸਭ ਤੋਂ ਪਹਿਲਾਂ ਇਨਫੋਰਮੇਸ਼ਨ ਨੂੰ ਸਟੂਡੈਂਟ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਸਭ ਤੋਂ ਜ਼ਿਆਦਾ ਖਰਚਾ ਕਿਹੜੀ ਕੰਟਰੀ ਕਿਹੜੀ ਚੀਜ਼ ਦੇ ਉੱਤੇ ਕਰਦੀ ਪਈ ਆ। ਸੋ ਸਾਨੂੰ ਈਜ਼ੀਲੀ ਦੇਖ ਕੇ ਪਤਾ ਲੱਗ ਸਕਦਾ ਕਿ ਫੂਡ ਐਂਡ ਹਾਊਸਿੰਗ, ਜਿਹੜਾ ਸਾਡਾ ਫੂਡ ਆ ਜਾਂ ਸਾਡੀ ਜਿਹੜੀ ਹਾਊਸਿੰਗ ਹੈਗੀ ਨਾ, ਇਹ ਦੋਨਾਂ ਹੀ ਆਈਟਮਸ ਦੇ ਉੱਤੇ ਸਾਰੀਆਂ ਹੀ ਕੰਟਰੀਜ਼ ਦੇ ਵਿੱਚ ਜਿਹੜਾ ਐਕਸਪੈਂਡੀਚਰ ਹੈਗਾ ਨਾ
ਪਹਿਲਾਂ ਤਾਂ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਨਾਲੋਂ ਕਾफ़ी ज़्यादा है। ठीक है जी। ਕਲੋਥਿੰਗ ਐਂਡ ਐਂਟਰਟੇਨਮੈਂਟ ਤੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਜਿਹੜਾ ਡਾਟਾ 10 ਤੋਂ 20 ਦੇ ਵਿੱਚ ਹੀ ਘੁੰਮ ਰਿਹਾ ਹੈ ਜਾਂ ਕਿਤੇ ਕਿਤੇ ਘੱਟ ਵੀ ਹੈਗਾ, ਜਦ ਕਿ ਇੱਧਰ ਸਾਡਾ ਜਿਹੜਾ ਖਰਚਾ ਉਹ 25-20 ਪਲੱਸ ਹੀ ਹੈ ਸਾਰਾ, ਜਾਂ 30 ਦੇ ਨੇੜੇ ਤੇੜੇ ਹੈਗਾ। ਸੋ ਇਟ ਮੀਨਸ ਕਿ ਪਹਿਲਾਂ ਤਾਂ ਆਪਾਂ ਇਨਫੋਰਮੇਸ਼ਨ ਨੂੰ ਡਿਵਾਈਡ ਕਰ ਲਾਂਗੇ ਕਿ ਸਾਡਾ ਇੱਕ ਬੋਡੀ ਪੈਰਾਗ੍ਰਾਫ ਜਿਹੜਾ ਆ ਉਹ ਲਿਖਿਆ ਜਾਊਗਾ ਫੂਡ ਐਂਡ ਹਾਊਸਿੰਗ ਦੇ ਉੱਤੇ, ਮੀਨਸ ਕਿ ਫਸਟ BP। ਦੂਸਰਾ ਪੈਰਾ ਸਾਡਾ ਬਣੂਗਾ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ, ਇਹਨੂੰ ਆਪਾਂ ਲਿਖ ਦੇਵਾਂਗੇ ਦੂਸਰਾ PP। ਕਿਉਂ ਇਸ ਤਰ੍ਹਾਂ ਦੀ ਕੀਤਾ ਮੈਂ, ਕਿਉਂਕਿ ਆਹ ਜਿਹੜਾ ਐਕਸਪੈਂਡੀਚਰ ਆ ਉਹਦਾ ਤੇ ਇਹਦਾ ਆਪਸ ਦੇ ਵਿੱਚ ਦੋਨਾਂ ਦਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ। ਸੋ ਇਹਨੂੰ ਇਹਦੇ ਨਾਲ ਕੰਪੇਅਰ ਕਰਾਂਗੇ, ਇਹਨੂੰ ਇਹਦੇ ਨਾਲ ਕੰਪੇਅਰ ਕਰਾਂਗੇ। ਇਹ ਤਾਂ ਸਾਡੇ ਹੋ ਗਏ 2 ਬੋਡੀ ਪੈਰਾਗ੍ਰਾਫ। ਅਗਰ ਆਪਾਂ ਦੋਨੋਂ ਕੰਟਰੀਜ਼ ਦਾ ਦੇਖੀਏ, ਫੂਡ ਐਂਡ ਹਾਊਸਿੰਗ ਦੋਨਾਂ ਦਾ ਮਿਲਾ ਕੇ ਜਿਹੜਾ ਆ 30 ਪਲੱਸ 50 ਪਲੱਸ ਹੋ ਜਾਂਦਾ। ਆ ਵੀ ਅਗਰ ਆਪਾਂ ਦੋਨਾਂ ਦਾ ਦੇਖੀਏ ਤਾਂ 50 ਪਲੱਸ ਹੋ ਜਾਂਦਾ। ਇਹਨਾਂ ਦਾ ਦੋਨਾਂ ਦਾ ਵੀ 50 ਪਲੱਸ ਆ, ਇਹਨਾਂ ਦੋਨਾਂ ਦਾ ਆਪਸ 'ਚ ਵੀ 50 ਪਲੱਸ ਆ, ਇਹਦਾ ਵੀ 50 ਪਲੱਸ ਬਣ ਜਾਣਾ ਸਟੂਡੈਂਟ, ਆਲਮੋਸਟ 50 ਦੇ ਨੇੜੇ ਤੇੜੇ ਹੋ ਜਾਣਾ। ਸੋ ਇਟ ਮੀਨਸ ਕੀ ਆ ਕਿ ਸਾਨੂੰ ਪਰਸੈਂਟੇਜ ਦਿੱਤੀ ਹੈ, ਤੁਹਾਨੂੰ ਪਤਾ ਪਰਸੈਂਟੇਜ ਹੁੰਦੀ ਆ 100 ਦੇ ਵਿੱਚ। ਹੁਣ ਇਹਦਾ ਮਤਲਬ ਕੀ ਆ ਕਿ ਜੇ 100 ਰੁਪਈਆ ਕੋਈ ਕੰਟਰੀ ਖਰਚਦੀ ਪਈ ਆ ਜਾਂ 1000 ਰੁਪਈਆ ਵੀ ਖਰਚਦੀ ਪਈ ਆ, ਅਤੇ ਉਹਦੇ ਵਿੱਚੋਂ ਉਹ ਜਿਹੜੇ ਸਿਰਫ 50 ਰੁਪਈਜ਼ ਆ, ਅੱਧੇ ਪੈਸੇ ਹੈਗੇ ਆ ਉਹ ਸਿਰਫ ਫੂਡ ਐਂਡ ਹਾਊਸਿੰਗ ਦੇ ਉੱਤੇ ਹੀ ਖਰਚਦੀ ਪਈ ਆ। ਇਹ 2 ਹੀ ਆਈਟਮਾਂ ਇੱਦਾਂ ਦੀਆਂ ਜਿਹੜੀਆਂ ਟੋਟਲ ਐਕਸਪੈਂਡੀਚਰ ਦਾ ਹਾਫ ਆ। ਸੋ ਇਹ ਸਾਡਾ ਇੱਕ ਕੀ ਫੀਚਰ ਰਹੂਗਾ ਕਿ ਫੂਡ ਐਂਡ ਡਰਿੰਕਸ ਪਲੱਸ ਹਾਊਸਿੰਗ ਜਿਹੜੇ ਹੈ ਨਾ, ਇਹ ਸਾਰੀ ਹੀ ਕੰਟਰੀਜ਼ ਦੇ ਵਿੱਚ ਜਿੰਨਾ ਉਹ ਟੋਟਲ ਖਰਚਾ ਕਰਦੇ ਆ ਉਹਦਾ ਅੱਧਾ ਇਹਦੇ ਵਿੱਚੋਂ ਖਰਚਾ ਸਿਰਫ 2 ਚੀਜ਼ਾਂ 'ਤੇ ਹੀ ਕਰ ਦਿੰਦੇ ਆ, ਜਦ ਕਿ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਖਰਚਾ ਦੇਖ ਲਓ ਸਿਰਫ 20, ਇੱਧਰ ਵੀ 30 ਦੇ ਨੇੜੇ ਆ, ਇੱਧਰ ਵੀ 20 ਦੇ ਨੇੜੇ ਆ, ਵੀ ਸਾਡਾ 20-22 ਦੇ ਨੇੜੇ, ਇਹ ਵੀ ਸਾਡਾ 20-22 ਦੇ ਨੇੜੇ ਹੈਗਾ। ਸੋ ਇਟ ਮੀਨਸ ਕਿ ਆਹ ਸਾਡਾ ਜਿਹੜਾ ਮੇਨ ਫੀਚਰ ਆ ਕਿ ਅੱਧਾ ਜਿਹੜਾ ਉਹਨਾਂ ਦਾ ਹਾਫ ਆਫ ਦਾ ਐਕਸਪੈਂਡੀਚਰ ਆ ਉਹ ਇਹਨਾਂ ਚੀਜ਼ਾਂ ਦੇ ਉੱਤੇ ਹੀ ਹੋ ਰਿਹਾ ਹੈ। ਹੁਣ ਅਗਰ ਆਪਾਂ ਦੇਖੀਏ ਤਾਂ ਹਾਊਸਿੰਗ ਦੇ ਉੱਤੇ ਜਿਹੜਾ ਫਰਾਂਸ, ਜਰਮਨੀ ਐਂਡ UK ਹੈ ਨਾ ਸਟੂਡੈਂਟ, ਇਹਦਾ ਐਕਸਪੈਂਡੀਚਰ ਜਿਹੜਾ ਆ ਉਹ 31 ਤੋਂ ਲੈ ਕੇ 37 ਦੇ ਨੇੜੇ ਤੇੜੇ ਹੈਗਾ। ਸੋ ਇਹਦੇ ਲਈ ਮੈਂ ਇੱਕ ਰਾਊਂਡ ਫਿਗਰ ਲੈ ਲੂँਗਾ ਸਟੂਡੈਂਟ 33%। 33% ਦੇ ਆ ਵੀ ਨੇੜੇ ਆ, 33% ਦੇ ਆਲਮੋਸਟ ਆ ਵੀ ਨੇੜੇ ਆ, ਕਿਉਂਕਿ ਡਿਟੇਲ 'ਚ ਨਹੀਂ ਜਾਣਾ, ਹਰ ਇੱਕ ਚੀਜ਼ ਨਹੀਂ ਚਾਹੀਦੀ, ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਦੇ ਵਿੱਚ ਹੀ ਲਿਖ ਲਵਾਂਗੇ। ਠੀਕ ਹੈ ਜੀ। ਜਦ ਕਿ ਜਿਹੜੀਆਂ ਦੋਨੋਂ ਟਰਕੀ ਐਂਡ ਸਪੇਨ ਆ ਉਹਦਾ ਖਰਚਾ ਆਲਮੋਸਟ ਸੇਮ ਆ। ਇਟ ਮੀਨਸ ਕਿ ਹਾਊਸਿੰਗ ਦੇ ਉੱਤੇ ਸਾਡੇ 2 ਸੈਂਟੈਂਸ ਆਪਸ 'ਚ ਬਣਨਗੇ। ਠੀਕ ਹੈ ਜੀ। ਅਗਰ ਆਪਾਂ ਜਾਈਏ ਫੂਡ ਐਂਡ ਡਰਿੰਕ ਦੇ ਉੱਤੇ, ਫੂਡ ਐਂਡ ਡਰਿੰਕ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ ਫਰਾਂਸ, ਜਰਮਨੀ ਐਂਡ UK ਅਗੇਨ ਆਲਮੋਸਟ ਸੇਮ ਆ। ਠੀਕ ਹੈ ਜੀ, ਨੇੜੇ ਤੇੜੇ ਹੈਗੇ ਆ, ਕੋਈ ਇੱਕ ਫਿਗਰ ਲੈ ਲਾਂਗੇ ਆਪਾਂ। ਅਤੇ ਟਰਕੀ ਐਂਡ ਸਪੇਨ ਦਾ ਅਗਰ ਫੂਡ ਐਂਡ ਡਰਿੰਕ ਦੇਖੀਏ ਤਾਂ ਇਹ ਆਲਮੋਸਟ ਸੇਮ ਹੈਗੇ ਆ। ਸੋ ਸਟੂਡੈਂਟ ਸਾਡਾ ਇਹਦਾ ਮਤਲਬ ਕੀ ਆ, ਡਿਵਾਈਡ ਹੋ ਗਿਆ ਕਿ ਫਰਾਂਸ, ਜਰਮਨੀ ਐਂਡ UK ਜੇਕਰ ਆਪਾਂ ਦੇਖੀਏ ਵੀ ਸਭ ਤੋਂ ਜ਼ਿਆਦਾ ਪੈਸੇ ਕਿੱਥੇ ਖਰਚਦੇ ਆ, ਹਾਊਸਿੰਗ ਦੇ ਖਰਚਦੇ ਆ, ਜੋ ਕਿ ਸਾਡੇ 33% ਦੇ ਨੇੜੇ ਤੇੜੇ ਹੈਗੇ ਆ। ਜਦ ਕਿ ਟਰਕੀ ਐਂਡ ਸਪੇਨ ਜਿਹੜੇ ਆ ਉਹ ਦੋਨੋਂ ਜਾਣੇ ਹੀ ਹਾਊਸਿੰਗ ਦੇ ਉੱਤੇ 20% ਦੇ ਨੇੜੇ ਤੇੜੇ ਪੈਸੇ ਜਿਹੜੇ ਆ ਖਰਚਦੇ ਹੈਗੇ ਆ। ਇਹਦੇ ਓਪੋਜ਼ਿਟ ਟ੍ਰੈਂਡ ਹੈਗਾ ਫੂਡ ਐਂਡ ਡਰਿੰਕਸ ਦੇ ਵਿੱਚ, ਕਿਉਂਕਿ ਫੂਡ ਐਂਡ ਡਰਿੰਕ ਦੇ ਵਿੱਚ ਟਰਕੀ ਐਂਡ ਸਪੇਨ ਜਿਹੜੇ ਆ ਜ਼ਿਆਦਾ ਖਰਚਦੇ ਆ, ਫਰਾਂਸ, ਜਰਮਨੀ ਐਂਡ UK ਤਿੰਨੋਂ ਹੀ ਘੱਟ ਖਰਚਦੇ ਆ। ਸੋ ਸਟੂਡੈਂਟ ਆਹ ਇਨਫੋਰਮੇਸ਼ਨ ਆਪਸ ਦੇ ਵਿੱਚ ਓਪੋਜ਼ਿਟ ਜਾ ਰਹੀ ਆ, ਆਹ ਇਨਫੋਰਮੇਸ਼ਨ ਆਪਸ ਦੇ ਵਿੱਚ ਓਪੋਜ਼ਿਟ ਜਾ ਰਹੀ ਹੈ। ਇਟ ਮੀਨਸ ਕਿ ਸਾਡਾ ਇੱਕ ਬੋਡੀ ਪੈਰਾਗ੍ਰਾਫ ਕੰਪਲੀਟ ਹੋ ਗਿਆ। ਕਿ ਪਹਿਲਾਂ ਆਹ ਲਿਖਾਂਗੇ, ਨਾਲ ਆਹ ਲਿਖ ਲਵਾਂਗੇ, ਫਿਰ ਆਪਾਂ ਇਨ ਕੰਟਰਾਸਟ ਲਗਾਵਾਂਗੇ ਅਤੇ ਇੱਧਰ ਚੱਲ ਜਾਵਾਂਗੇ, ਇਹਨੂੰ ਲਿਖਾਂਗੇ ਕਿ ਇਹਦਾ ਸਭ ਤੋਂ ਜ਼ਿਆਦਾ ਇੱਥੇ ਹੈ ਅਤੇ ਇਹਦੇ ਉੱਤੇ ਜਿਹੜਾ ਘੱਟ ਹੈਗਾ। ਆਪਸ 'ਚ ਦੋਨੋਂ ਓਪੋਜ਼ਿਟ ਹੋ ਗਏ। ਇਹਨਾਂ ਦਾ ਇੱਥੇ ਜ਼ਿਆਦਾ ਸੀਗਾ, ਇੱਥੇ ਘੱਟ ਸੀ, ਇਹਨਾਂ ਦਾ ਇੱਥੇ ਜ਼ਿਆਦਾ ਹੈ, ਇੱਥੇ ਘੱਟ ਹੈਗਾ। ਸੋ ਹੋਪ ਆ ਕਿ ਤੁਹਾਨੂੰ ਸਮਝ ਲੱਗ ਗਈ ਹੋਊਗੀ। ਇਸੇ ਤਰ੍ਹਾਂ ਆਪਾਂ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਵਿੱਚ ਚਲੀਏ। ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ ਸਭ ਤੋਂ ਜ਼ਿਆਦਾ ਪੈਸੇ ਜਿਹੜੀ ਕੰਟਰੀ ਖਰਚਦੀ ਆ ਉਹ ਸਟੂਡੈਂਟ ਹੈਗੀ ਆ ਜਰਮਨੀ। ਇਹਦਾ ਦੋਨਾਂ ਦੇ ਉੱਤੇ ਹੀ ਸਭ ਤੋਂ ਜ਼ਿਆਦਾ ਖਰਚਾ, ਇਟ ਮੀਨਸ ਕਿ ਇਹ ਹਾਈਐਸਟ ਹੋ ਗਈ ਸਾਡੀ। ਠੀਕ ਹੈ ਜੀ। UK ਐਂਡ ਟਰਕੀ ਦੋਨੋਂ ਹੀ ਚੀਜ਼ਾਂ ਦੇ ਉੱਤੇ ਆਲਮੋਸਟ ਸੇਮ ਅਮਾਊਂਟ ਆਫ ਮਨੀ ਖਰਚਦੇ ਪਏ, 11-11, 12-10 ਆਲਮੋਸਟ ਸੇਮ ਆ, ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਹੁਣ ਜਦ ਹੀ ਬਚੇ ਸਾਡੇ ਫਰਾਂਸ ਐਂਡ ਸਪੇਨ। ਫਰਾਂਸ ਦਾ ਕਲੋਥਿੰਗ ਦੇ ਉੱਤੇ ਜਿੰਨਾ ਖਰਚਾ ਆ ਉਹਦੇ ਨਾਲੋਂ ਡਬਲ ਉਹਦਾ ਆਲਮੋਸਟ ਐਂਟਰਟੇਨਮੈਂਟ ਦੇ ਉੱਤੇ ਹੈਗਾ। ਸੋ ਇਟ ਮੀਨਸ ਕਿ ਇਹ ਦੋਨਾਂ ਦਾ ਆਪਸ 'ਚ ਕੰਪੈਰੀਜ਼ਨ ਹੋਊਗਾ। ਸਪੇਨ ਦਾ ਅਗਰ ਕਲੋਥਿੰਗ ਐਂਡ ਐਂਟਰਟੇਨਮੈਂਟ ਦੇਖੀਏ ਤਾਂ ਉਹਦਾ ਵੀ ਆਲਮੋਸਟ ਟ੍ਰੈਂਡ ਸੇਮ ਹੀ ਆ। ਇੱਥੇ ਦੇਖੋ ਆਲਮੋਸਟ ਦੋਨੋਂ ਜਾਣੇ ਸੇਮ, ਇੱਥੇ ਆਲਮੋਸਟ ਦੋਨੋਂ ਜਾਣੇ ਸੇਮ। ਸੋ ਇਟ ਮੀਨਸ ਕਿ ਆਹ ਜਿਹੜੇ ਆਪਸ ਦੇ ਵਿੱਚ ਲਿਖੇ ਜਾਣਗੇ, ਆਹ ਆਪਸ ਦੇ ਵਿੱਚ ਲਿਖੇ ਜਾਣਗੇ। ਸੋ ਇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਸਟੂਡੈਂਟ ਕੈਟਾਗਰਾਈਜ਼ ਕਰਨਾ ਸਿੱਖਣਾ ਵੀ ਕਿਹੜੀ ਇਨਫੋਰਮੇਸ਼ਨ ਕਿਹਦੇ ਨਾਲ ਮੈਚ ਕਰਦੀ ਆ। ਸੋ ਇਸ ਚਾਰਟ ਨੂੰ ਹੁਣ ਮੈਂ ਕਿਵੇਂ ਲਿਖਿਆ ਆ ਉਹ ਤੁਹਾਨੂੰ ਦਿਖਾਉਣਾ ਆ ਅਤੇ ਆਪਾਂ ਫਿਰ ਸਮਝਦੇ ਹਾਂ। ਜਿਵੇਂ ਕਿ ਇਹ ਸਟੈਟਿਕ ਚਾਰਟ ਆ, ਸਟੈਟਿਕ ਚਾਰਟ ਦੇ ਵਿੱਚ ਹਮੇਸ਼ਾ ਕੰਪੈਰੀਜ਼ਨ ਹੁੰਦਾ। ਸੋ ਮੈਂ ਕੰਪੇਅਰ ਦੇ ਨਾਲ ਹੀ ਇੰਟਰੋਡਕਸ਼ਨ ਬਣਾਈ ਹੋਈ ਆ। ਕੀ ਲਿਖਿਆ? ਦ ਡਾਇਆਗ੍ਰਾਮ, ਦ ਟੇਬਲ ਬਿਲੋ ਸ਼ੋਜ਼ ਕੰਪੇਅਰਸ। ਕੀ ਸ਼ੋਅ ਕਰਦਾ? ਸਪੈਂਡਿੰਗ ਪੈਟਰਨ। ਮੈਂ ਕਿਹਾ ਐਕਸਪੈਂਡੀਚਰ। ਐਕਸਪੈਂਡੀਚਰ ਕਿਹਦਾ ਆ? ਆਫ 5 ਡਿਫਰੈਂਟ
ਨੇਸ਼ਨਸ। ਸਟੂਡੈਂਟ ਆ ਮੇਰੇ ਤੋਂ ਗਲਤੀ ਰਹਿ ਗਈ ਇੱਥੇ, ਸ਼ਾਇਦ ਮੈਂ ਇਹਨੂੰ ਚੈੱਕ ਵੀ ਕੀਤਾ ਸੀਗਾ ਬਟ ਫਿਰ ਮੇਰੇ ਤੋਂ ਇਹ ਕੱਟਿਆ ਨਹੀਂ ਗਿਆ, ਸੇਮ ਚੀਜ਼ਾਂ ਗਈਆਂ। ਸੋ 5 ਨੇ ਤਾਂ 5 ਹੀ ਰਹਿਣਾ, ਡਿਫਰੈਂਟ ਮੇਰਾ ਡਿਫਰੈਂਟ ਰਹਿ ਗਿਆ। ਕੰਟਰੀਜ਼ ਦੀ ਜਗ੍ਹਾ ਆਪਾਂ ਨੇਸ਼ਨ ਯੂਜ਼ ਕਰ ਲਿਆ, ਠੀਕ ਹੈ ਜੀ। ਐਕਸਪੈਂਡੀਚਰ ਹੋ ਕਿਹੜੀ ਚੀਜ਼ ਦੇ ਉੱਤੇ ਰਿਹਾ, ਔਨ ਵੇਰੀਅਸ ਆਈਟਮਸ ਆਪਾਂ ਕਰ ਦਿੱਤਾ। ਕੋਸ਼ਿਸ਼ ਕਰ ਸਕਦਾ ਸੀਗਾ ਮੈਂ ਕਿ ਇਹਦੇ ਵਿੱਚ ਕੰਟਰੀਜ਼ ਨੂੰ ਇਨਕਲੂਡ ਕਰ ਸਕਦਾ ਸੀਗਾ ਇੱਥੇ, ਜਾਂ ਫਿਰ ਮੈਂ ਇਹਨਾਂ ਆਈਟਮਸ ਨੂੰ ਇਨਕਲੂਡ ਕਰ ਸਕਦਾ ਵੀ ਇਹ ਖਰਚਾ ਕਿਹਦੇ ਉੱਤੇ ਆ। ਸੋ ਮੈਂ ਵੈਸੇ ਇੰਟਰੋਡਕਸ਼ਨ ਇੱਥੇ ਛੋਟੀ ਰੱਖੀ ਆ। ਨੈਕਸਟ ਚਾਰਟ ਦੇ ਵਿੱਚ ਮੈਂ 2 ਤੋਂ 3 ਇੰਟਰੋਡਕਸ਼ਨ ਬਣਾ ਕੇ ਲਿਆਉਂਗਾ ਤਾਂ ਕਿ ਤੁਹਾਨੂੰ ਡਿਫਰੈਂਸ ਵੀ ਕਲੀਅਰ ਹੋਵੇ ਕਿ ਇੰਟਰੋ ਕਿੱਦਾਂ ਬਣਾਈ ਜਾ ਸਕਦੀ। ਸੋ ਓਵਰਆਲ ਦੇ ਵਿੱਚ ਅਸੀਂ ਕੀ ਕਰਨਾ ਹੁੰਦਾ, ਪੂਰੇ ਚਾਰਟ ਨੂੰ ਓਵਰਆਲ ਦੱਸਣਾ ਹੈ ਬਟ ਵਿਦਾਊਟ ਡਿਟੇਲ, ਵਿਦਾਊਟ ਐਨੀ ਟਾਈਮ ਔਰ ਐਨੀਥਿੰਗ ਸਪੈਸੀਫਿਕ, ਕੋਈ ਵੀ ਚੀਜ਼ ਸਪੈਸੀਫਿਕ ਨਹੀਂ ਦੱਸਣੀ ਹੈਗੀ। ਸੋ ਓਵਰਆਲ ਆਪਾਂ ਕੀ ਕੱਢਿਆ ਸੀਗਾ ਕਿ ਟੋਟਲ ਜਿੰਨਾ ਕੰਟਰੀਜ਼ ਖਰਚਾ ਕਰਦੀਆਂ ਨਾ ਉਹਦੇ ਵਿੱਚੋਂ ਅੱਧਾ ਖਰਚਾ ਸਿਰਫ ਫੂਡ ਐਂਡ ਡਰਿੰਕ ਐਂਡ ਹਾਊਸਿੰਗ ਦੇ ਉੱਤੇ ਹੀ ਕਰ ਦਿੰਦੀਆਂ, ਜਦ ਕਿ ਬਾਕੀ ਦੋਨੋਂ ਚੀਜ਼ਾਂ 'ਤੇ ਘੱਟ ਕਰਦੀਆਂ। ਪਹਿਲੀ ਲਾਈਨ ਇਹੀ ਆ, ਇਟ ਇਜ਼ ਕਲੀਅਰ ਦੈਟ ਹਾਊਸਿੰਗ, ਐਡੀਬਲਸ ਮੀਨਸ ਕਿ ਫੂਡ, ਐਂਡ ਬੈਵਰੇਜਸ ਮੀਨਸ ਕਿ ਡਰਿੰਕਸ, ਪੀਣ ਵਾਲੀਆਂ ਚੀਜ਼ਾਂ। ਸੋ ਹਾਊਸਿੰਗ, ਐਡੀਬਲ ਐਂਡ ਬੈਵਰੇਜਸ ਅਕਾਊਂਟ ਫॉर ਹਾਫ ਆਫ ਦਾ ਐਕਸਪੈਂਡੀਚਰ ਇਨ ਆਲ ਦਾ ਨੇਸ਼ਨਸ। ਇੱਕ ਲਾਈਨ ਮੈਂ ਲਿਖ ਦਿੱਤੀ ਕਿ ਸਾਰੀਆਂ ਹੀ ਕੰਟਰੀਜ਼ ਦੇ ਵਿੱਚ ਫੂਡ ਐਂਡ ਡਰਿੰਕ ਐਂਡ ਹਾਊਸਿੰਗ, ਇਹ ਟੋਟਲ ਜਿੰਨਾ ਖਰਚਾ ਆ ਉਹਦੇ ਵਿੱਚੋਂ ਹਾਫ ਖਰਚਾ ਸਿਰਫ ਜਿਹੜਾ ਆ ਇਹਨਾਂ ਆਈਟਮਸ ਦੇ ਉੱਤੇ ਹੀ ਹੋ ਰਿਹਾ ਹੈ, ਦੋਨਾਂ ਦੇ ਉੱਤੇ। ਹਾਊਐਵਰ ਫਰਾਂਸ, ਜਰਮਨੀ ਐਂਡ ਦਾ UK ਸਪੈਂਡ ਮੋਰ ਔਨ ਹਾਊਸਿੰਗ। ਫਰਾਂਸ, ਜਰਮਨੀ ਐਂਡ UK ਹਾਊਸਿੰਗ ਦੇ ਉੱਤੇ ਜ਼ਿਆਦਾ ਖਰਚ ਕਰਦੇ ਆ, ਕੰਪੈਰੀਜ਼ਨ ਕਰ ਦਿੱਤਾ ਸਟੂਡੈਂਟ ਮੋਰ ਦੇ ਨਾਲ। ਵਾਈਲ ਲਗਾ ਕੇ ਮੈਂ ਦੂਸਰੇ ਪਾਸੇ ਕੀ ਦੱਸਿਆ, ਟਰਕੀ ਐਂਡ ਸਪੇਨ ਲੀਡ ਇਨ ਫੂਡ ਐਂਡ ਡਰਿੰਕ, ਜਦ ਕਿ ਜਿਹੜੇ ਟਰਕੀ ਐਂਡ ਸਪੇਨ ਆ ਇਹ ਦੋਨੋਂ ਜਾਣੇ ਕਾਹਦੇ ਵਿੱਚ ਲੀਡ ਕਰਦੇ ਪਏ ਆ, ਇਹ ਫੂਡ ਐਂਡ ਡਰਿੰਕ ਦੇ ਵਿੱਚ ਲੀਡ ਕਰਦੇ ਪਏ। ਸੋ ਇਹਦਾ ਮੈਂ ਦੱਸਿਆ ਕਿ ਇਹ ਤਿੰਨੋਂ ਹਾਊਸਿੰਗ 'ਤੇ ਜ਼ਿਆਦਾ ਖਰਚਦੀਆਂ, ਇਹ ਦੋਨੋਂ ਕੰਟਰੀਜ਼ ਫੂਡ ਐਂਡ ਡਰਿੰਕ ਦੇ ਉੱਤੇ ਜ਼ਿਆਦਾ ਖਰਚੇ ਕਰਦੀਆਂ। ਸੋ ਇਹ ਮੇਰਾ ਓਵਰਆਲ ਦੇ ਵਿੱਚ ਇੱਕ ਸੈਂਟੈਂਸ ਸਟੂਡੈਂਟ ਹੋਰ ਬਣਾਇਆ ਕਿ ਲੈਸ ਮਨੀ ਇਜ਼ ਸਪੈਂਟ ਔਨ ਕਲੋਥਸ ਐਂਡ ਰੀਕ੍ਰੀਏਸ਼ਨ ਬਾਏ ਆਲ। ਸਾਰੀਆਂ ਹੀ ਕੰਟਰੀਜ਼ ਦੇ ਦੁਆਰਾ ਘੱਟ ਪੈਸੇ ਖਰਚੇ ਜਾਂਦੇ ਆ ਕਲੋਥਸ ਐਂਡ ਰੀਕ੍ਰੀਏਸ਼ਨ ਦੇ ਉੱਤੇ। ਕਲੋਥਸ ਐਂਡ ਐਂਟਰਟੇਨਮੈਂਟ ਮੀਨਸ ਕਿ ਰੀਕ੍ਰੀਏਸ਼ਨ ਮਨੋਰੰਜਨ ਹੋ ਗਿਆ। ਸੋ ਇਹਦੇ ਉੱਤੇ ਸਾਰੀਆਂ ਹੀ ਕੰਟਰੀਜ਼ ਪੈਸੇ ਜਿਹੜੀਆਂ ਘੱਟ ਖਰਚ ਕਰਦੀਆਂ। ਸੋ ਤੁਸੀਂ ਦੇਖ ਸਕਦੇ ਆ ਕਿ ਮੈਂ ਓਵਰਆਲ 'ਚ 3 ਸੈਂਟੈਂਸ ਬਣਾਏ, ਤਿੰਨਾਂ ਸੈਂਟੈਂਸਾਂ ਦੇ ਵਿੱਚ ਮੇਰਾ ਪੂਰਾ ਚਾਰਟ ਐਕਸਪਲੇਨ ਹੋ ਗਿਆ। ਇੱਕ 'ਚ ਮੈਂ ਕੀ ਲਿਖਿਆ ਕਿ ਫੂਡ ਐਂਡ ਡਰਿੰਕ ਐਂਡ ਹਾਊਸਿੰਗ ਜਿਹੜੀਆਂ ਟੋਟਲ ਖਰਚੇ ਦਾ ਹਾਫ ਲੈ ਜਾਂਦੀਆਂ, ਜਿੰਨਾ ਵੀ ਟੋਟਲ ਖਰਚਾ ਹੋ ਰਿਹਾ। ਉਸ ਤੋਂ ਬਾਅਦ ਮੈਂ ਹਾਈਐਸਟ ਦੱਸਿਆ ਕਿ ਫਰਾਂਸ, ਜਰਮਨੀ ਐਂਡ UK ਜਿਹੜਾ ਹਾਊਸਿੰਗ ਦੇ ਸਭ ਤੋਂ ਜ਼ਿਆਦਾ ਖਰਚਦੇ ਆ, ਜਦ ਕਿ ਜਿਹੜੇ ਟਰਕੀ ਐਂਡ ਸਪੇਨ ਆ ਇਹ ਫੂਡ ਐਂਡ ਡਰਿੰਕ ਦੇ ਉੱਤੇ ਸਭ ਤੋਂ ਜ਼ਿਆਦਾ ਖਰਚਦੇ ਆ। ਅਤੇ ਕਲੋਥਿੰਗ ਐਂਡ ਐਂਟਰਟੇਨਮੈਂਟ ਦਾ ਮੈਂ ਸਾਰਿਆਂ ਦਾ ਲਿਖ ਦਿੱਤਾ ਕਿ ਇਹ ਸਾਰੀਆਂ ਹੀ ਕੰਟਰੀਆਂ ਇੱਥੇ ਘੱਟ ਪੈਸੇ ਖਰਚਦੀਆਂ। ਸੋ ਇਹ ਮੇਰਾ ਓਵਰਆਲ ਸੀਗਾ, ਤੁਸੀਂ ਦੇਖ ਸਕਦੇ ਕਿੰਨਾ ਵਧੀਆ ਓਵਰਆਲ ਲਿਖਿਆ ਗਿਆ। ਓਵਰਆਲ ਵਧੀਆ ਲਿਖੂੰਗੇ ਤਾਂ ਸਟੂਡੈਂਟ 6+7+ ਬੈਂਡ ਤੁਸੀਂ ਜਾ ਸਕਦੇ ਆ। ਉਸ ਤੋਂ ਅੱਗੇ ਹੁਣ ਆਪਾਂ ਚੱਲੀਏ ਬੋਡੀ ਪੈਰਾਗ੍ਰਾਫ ਦੇ ਵਿੱਚ। ਬੋਡੀ ਪੈਰਾਗ੍ਰਾਫ 'ਤੇ ਆਈਏ ਅਗਰ ਆਪਾਂ, ਮੈਂ ਦੱਸਿਆ ਸੀਗਾ ਪਹਿਲਾਂ ਕਿ ਆਪਾਂ ਫੂਡ ਐਂਡ ਡਰਿੰਕ ਐਂਡ ਹਾਊਸਿੰਗ ਦੇ ਉੱਤੇ ਪਹਿਲਾਂ ਬੋਡੀ ਪੈਰਾਗ੍ਰਾਫ ਲਿਖਾਂਗੇ ਅਤੇ ਇਸ ਇਨਫੋਰਮੇਸ਼ਨ ਨੂੰ ਆਪਾਂ ਅਲੱਗ ਪੈਰੇ ਦੇ ਵਿੱਚ ਲਿਖਾਂਗੇ। ਪੈਰਾਗ੍ਰਾਫਿੰਗ ਸਟੂਡੈਂਟ ਬਹੁਤ ਜ਼ਿਆਦਾ ਜ਼ਰੂਰੀ ਆ, ਵਧੀਆ ਪੈਰਾਗ੍ਰਾਫਿੰਗ ਕਰੋਗੇ ਤਾਂ ਵਧੀਆ ਸਕੋਰ ਅਚੀਵ ਕਰੋਗੇ। ਇੱਕੋ ਪੈਰੇ ਦੇ ਵਿੱਚ ਇਨਫੋਰਮੇਸ਼ਨ ਸਾਰੀ ਲਿਖੋਗੇ ਤਾਂ ਪੜ੍ਹਨ ਵਾਲੇ ਨੂੰ ਪ੍ਰੋਬਲਮ ਆਉਣੀ ਹੈ, ਤੁਹਾਨੂੰ ਚਾਰਟ ਪੜ੍ਹ ਕੇ ਕਲੀਅਰ ਹੋ ਜਾਣਾ। ਸੋ ਟੂ ਬਿਗਿਨ ਵਿਦ the expenditure on housing in France, Germany and the UK is almost 1/3। 1/3 ਸਟੂਡੈਂਟ ਕਿੰਨਾ ਹੁੰਦਾ, 33%। ਮੈਂ ਆਲਮੋਸਟ ਜ਼ਰੂਰ ਲਿਖਿਆ ਇੱਥੇ, ਖਿਆਲ ਰੱਖਿਓ। ਸੋ ਆਪਾਂ ਕੀ ਕਿਹਾ ਸੀਗਾ ਕਿ ਫਰਾਂਸ, ਜਰਮਨੀ ਐਂਡ UK, ਫਰਾਂਸ, ਜਰਮਨੀ ਐਂਡ UK ਦੇ ਵਿੱਚ ਜਿਹੜਾ ਆ ਹਾਊਸਿੰਗ ਦੇ ਉੱਤੇ ਐਕਸਪੈਂਡੀਚਰ ਆ, ਜਿਹੜਾ ਹਾਊਸਿੰਗ ਦੇ ਉੱਤੇ ਐਕਸਪੈਂਡੀਚਰ ਹੈਗਾ, ਹਾਊਸਿੰਗ ਦੇ ਉੱਤੇ ਕਿੰਨਾ ਹੈਗਾ ਉਹ 1/3 ਆ, ਆਲਮੋਸਟ 1/3 ਆ। ਆਲਮੋਸਟ 1/3 ਮੀਨਸ ਕਿ ਇਹਦਾ 31 ਸੀ ਤਾਂ 37 ਸੀਗਾ। ਸੋ ਮੈਂ ਇੱਕ ਰਾਊਂਡ ਫਿਗਰ ਲੈ ਲਿਆ, ਮਿਡਲ ਜਿਹੇ ਦੇ ਵਿੱਚ ਆਪਾਂ ਕੀ 33 ਨੂੰ ਲੈ ਕੇ ਆਪਾਂ ਦੱਸ ਦਿੱਤਾ ਕਿ ਇਹ ਤਿੰਨੋਂ ਕੰਟਰੀਆਂ ਆਲਮੋਸਟ ਲਗਭਗ 1/3 ਮੀਨਸ ਕਿ 33% ਦੇ ਨੇੜੇ ਤੇੜੇ ਪੈਸੇ ਜਿਹੜੇ ਆ ਹਾਊਸਿੰਗ ਦੇ ਉੱਤੇ ਖਰਚਦੀਆਂ। ਵਾਈਲ ਜਦ ਕਿ ਟਰਕੀ ਐਂਡ ਸਪੇਨ ਸਪੈਂਡ ਨੀਅਰਲੀ 20% ਈਚ ਔਨ ਇਟ ਰਿਸਪੈਕਟਿਵਲੀ। ਸੁਣ ਇੱਥੇ ਰਿਸਪੈਕਟਿਵਲੀ ਮੇਰੇ ਤੋਂ ਗਲਤੀ ਨਾਲ ਆ ਹੋ ਗਿਆ, ਇੱਥੇ ਰਿਸਪੈਕਟਿਵਲੀ ਦੀ ਲੋੜ ਨਹੀਂ ਸੀਗੀ ਕਿਉਂਕਿ ਮੈਂ ਇੱਕੋ ਚੀਜ਼ ਲਿਖੀ ਹੈ, ਮੈਨੂੰ ਇੱਥੇ ਰਿਸਪੈਕਟਿਵਲੀ ਗਲਤ ਤਰੀਕੇ ਨਾਲ ਲਿਖਿਆ ਗਿਆ, ਇਹਨੂੰ ਗਲਤ ਮੰਨ ਲਿਓ। ਸੋ ਮੈਂ ਸੇਮ ਹੀ ਚੀਜ਼ ਦੱਸਿਆ ਕਿ ਹਾਊਸਿੰਗ ਦੇ ਉੱਤੇ ਪਹਿਲਾਂ ਮੈਂ ਦੇਖੋ ਲਿਖਿਆ ਕਿ ਇਹ ਤਿੰਨੋਂ ਕੰਟਰੀਜ਼ 1/3 ਖਰਚਦੀਆਂ ਪਈਆਂ, ਜਦ ਕਿ ਟਰਕੀ ਐਂਡ ਸਪੇਨ ਦੋਨੋਂ ਜਾਣੇ ਕਿੰਨੇ ਖਰਚਦੇ ਆ। ਇਹਦਾ ਵੀ ਆਪਾਂ ਇੱਕ ਰਾਊਂਡ ਫਿਗਰ ਕੱਢ ਲਿਆ, ਆਲਮੋਸਟ 20% ਈਚ ਮੀਨਸ ਕਿ ਦੋਨੋਂ ਹੀ ਨੀਅਰਲੀ ਲਗਭਗ 20% ਦੇ ਨੇੜੇ ਤੇੜੇ ਹਾਊਸਿੰਗ ਦੇ ਉੱਤੇ ਪੈਸੇ ਖਰਚਦੀਆਂ ਪਈਆਂ। ਠੀਕ ਹੈ ਜੀ। ਸੋ ਹਾਊਸਿੰਗ ਸਾਡਾ ਖਤਮ ਹੋ ਗਿਆ, ਇਹਨਾਂ ਦਾ ਜ਼ਿਆਦਾ ਸੀ, ਇਹਨਾਂ ਦਾ ਇੰਨਾ ਸੀਗਾ। ਇਨ ਕੰਟਰਾਸਟ ਹੁਣ ਲਗਾਤਾ ਮੈਂ, ਇਟ ਮੀਨਸ ਕਿ ਪਿਛਲੇ ਸੈਂਟੈਂਸ ਨਾਲੋਂ ਓਪੋਜ਼ਿਟ ਆ। ਪਹਿਲਾਂ ਫਰਾਂਸ, ਜਰਮਨੀ ਐਂਡ UK ਜ਼ਿਆਦਾ ਖਰਚਦੇ ਸੀ,
ਟਰਕੀ ਐਂਡ ਸਪੇਨ ਘੱਟ ਖਰਚਦੇ ਸੀ। ਇਨ ਕੰਟਰਾਸਟ ਦਾ ਮਤਲਬ ਕੀ ਆ ਕਿ ਹੁਣ ਟਰਕੀ ਐਂਡ ਸਪੇਨ ਜ਼ਿਆਦਾ ਖਰਚਣਗੇ ਤੇ ਫਰਾਂਸ, ਜਰਮਨੀ ਐਂਡ ਯੂਕੇ ਘੱਟ ਖਰਚਣਗੇ। ਆਹ ਵਾਲਾ ਸੈਂਟੈਂਸ ਲਿਖਾਂਗੇ ਕਿ ਇਨ ਕੰਟਰਾਸਟ ਮੋਰ ਦੈਨ 30%, ਮੋਰ ਦੈਨ 30% ਦੇਖ ਲਓ 31 36, ਠੀਕ ਹੈ। ਮੈਂ ਇੱਧਰ ਰਾਊਂਡ ਫਿਗਰ ਨਹੀਂ ਕੱਢਿਆ ਕਿਉਂਕਿ 33 ਮੈਂ ਇੱਧਰ ਆਲਰੇਡੀ ਲਿਖਿਆ ਸੀ, ਸੇਮ ਹੋ ਸਕਦਾ ਸੀਗਾ। ਸੋ ਮੈਂ ਇਹਨੂੰ ਇੱਕ ਇਸ ਤਰੀਕੇ ਨਾਲ ਲਿਖਤਾ ਕਿ ਪਲੱਸ 30% ਤੋਂ ਜ਼ਿਆਦਾ ਪੈਸੇ ਜਿਹੜੇ ਆ ਆਫ ਮਨੀ ਇਜ਼ ਸਪੈਂਟ ਔਨ ਫੂਡ ਆਈਟਮਸ ਬਾਏ ਟਰਕੀ ਐਂਡ ਸਪੇਨ। ਫੂਡ ਆਈਟਮਸ ਦੇ ਉੱਤੇ ਟਰਕੀ ਐਂਡ ਸਪੇਨ 30% ਤੋਂ ਜ਼ਿਆਦਾ ਪੈਸੇ ਖਰਚਦੇ ਆ। ਵੇਅਰ ਐਜ਼, ਹੁਣ ਮੈਂ ਲਗਾਤਾ ਵੇਅਰ ਐਜ਼, ਜਦ ਕਿ ਦ ਅਦਰ 3 ਨੇਸ਼ਨਸ ਮੀਨਸ ਕਿ ਸਾਡੇ ਫਰਾਂਸ, ਜਰਮਨੀ ਐਂਡ ਯੂਕੇ ਦੀ ਅਗਰ ਗੱਲ ਕਰੀਏ ਤੇ ਉਹ ਕਿੰਨੇ ਸਪੈਂਡ ਕਰਦੇ ਆ, ਬਿਟਵੀਨ 20 to 27% ਔਨ ਦੈਮ। ਉਹ ਇਹਨਾਂ ਸਾਰੀਆਂ ਹੀ ਆਈਟਮਸ ਦੇ ਉੱਤੇ ਜਿਹੜੀਆਂ ਸਾਡੀਆਂ ਫੂਡ ਆਈਟਮਸ ਸੀਗੀਆਂ ਉਹਦੇ ਉੱਤੇ 22 ਤੋਂ ਲੈ ਕੇ 27% ਤੱਕ। ਮੈਂ ਇੱਥੇ ਵੀ ਇੱਕੋ ਲਾਈਨ ਦੇ ਵਿੱਚ ਉਹਨੂੰ ਰਾਊਂਡ ਫਿਗਰ ਜਿਹਾ ਕੱਢ ਕੇ ਇਸ ਤਰੀਕੇ ਨਾਲ ਲਿਖ ਦਿੱਤਾ। ਤੁਸੀਂ ਦੇਖ ਸਕਦੇ ਹਾਂ ਸਟੂਡੈਂਟ ਕਿ ਸਾਡਾ ਇੱਥੇ ਤੱਕ ਆਉਂਦੇ ਹੁੰਦੇ ਸਾਡਾ ਇੱਕ ਸੈਂਟੈਂਸ, ਇੱਥੇ ਤੱਕ ਆਉਂਦੇ ਹੁੰਦੇ 2 ਸੈਂਟੈਂਸ। ਦੋਨੋਂ ਸੈਂਟੈਂਸ ਕੰਪਲੈਕਸ ਆ ਕਿਉਂਕਿ ਮੈਂ ਦੋਨਾਂ ਦੇ ਵਿੱਚ ਕੰਜੰਕਸ਼ਨਸ ਨੂੰ ਯੂਜ਼ ਕੀਤਾ। ਕੰਪਲੈਕਸ ਸੈਂਟੈਂਸ ਯੂਜ਼ ਕਰਕੇ ਅਸੀਂ 2 ਸੈਂਟੈਂਸ ਦੇ ਵਿੱਚ ਆਹ ਸਾਰੀ ਚੀਜ਼ ਜਿਹੜੀ ਆ ਖ਼ਤਮ ਕਰ ਦਿੱਤੀ ਹੈ। ਸਿਰਫ 2 ਸੈਂਟੈਂਸ ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ, ਠੀਕ ਹੈ ਜੀ। ਔਰ ਕਿੰਨਾ ਕਲੀਅਰ ਲਿਖਿਆ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਹੁਣ ਅਗਲਾ ਪੈਰਾ ਪੜ੍ਹ ਲਈਏ, ਬਾਕੀ ਡਿਟੇਲ ਲੈਂਦੇ ਹਾਂ ਬਾਅਦ ਦੇ ਵਿੱਚ। ਔਨ ਦਾ ਅਦਰ ਹੈਂਡ ਇਟ ਮੀਨਸ ਕਿ ਪੈਰਾ ਸਾਡਾ ਚੇਂਜ ਹੋ ਗਿਆ, ਆਹ ਚੀਜ਼ਾਂ ਸਾਡੀਆਂ ਹੋ ਗਈਆਂ ਖ਼ਤਮ। ਔਨ ਦਾ ਅਦਰ ਹੈਂਡ 15% ਐਂਡ 19% ਆਫ ਦਾ ਆਊਟਲੇ। ਆਊਟਲੇ ਦਾ ਮਤਲਬ ਵੀ ਸਟੂਡੈਂਟ ਐਕਸਪੈਂਡੀਚਰ ਹੀ ਹੁੰਦਾ। 15 ਐਂਡ 19% ਆਫ ਦਾ ਆਊਟਲੇ ਅਕਾਊਂਟ ਫॉर ਜਰਮਨੀ ਵਿਚ ਇਜ਼ ਦਾ ਹਾਈਐਸਟ ਅਮਾਊਂਟ। ਠੀਕ ਹੈ ਸਟੂਡੈਂਟ, ਮੈਂ ਇੱਥੇ ਭੁੱਲ ਗਿਆ ਲਿਖਣਾ ਕਿ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ ਪੈਸੇ ਜਿਹੜੇ ਖਰਚੇ ਜਾ ਰਹੇ ਆ, ਬਟ ਫਿਰ ਵੀ ਮੈਂ ਦੱਸ ਦਿੱਤਾ ਕਿ ਔਨ ਦਾ ਅਦਰ ਹੈਂਡ 15 ਐਂਡ 19% ਆਫ ਦਾ ਖਰਚਾ ਜਿਹੜਾ ਹੈਗਾ ਆਊਟਲੇ ਆ ਉਹ ਕਾਹਦੇ ਲਈ ਅਕਾਊਂਟ ਹੁੰਦਾ, ਜਰਮਨੀ ਦੇ ਲਈ। ਮੀਨਸ ਕਿ ਜਰਮਨੀ ਇਹਦੇ ਉੱਤੇ ਪੈਸੇ ਖਰਚਦਾ, ਜੋ ਕਿ ਸਭ ਤੋਂ ਜ਼ਿਆਦਾ ਅਮਾਊਂਟ ਆ। ਮੈਂ ਸੁਪਰਲੇਟਿਵ ਡਿਗਰੀ ਵੀ ਲਾਤੀ ਆ, ਕੰਟਰਾਸਟ ਵੀ ਕਰ ਦਿੱਤਾ, ਜੋ ਕਿ ਸਭ ਤੋਂ ਜ਼ਿਆਦਾ ਅਮਾਊਂਟ ਆ। ਤੁਸੀਂ ਦੇਖ ਸਕਦੇ ਕਿ ਇਸ ਤੋਂ ਜ਼ਿਆਦਾ ਹੋਰ ਕਿਸੇ ਵੀ ਕੰਟਰੀ ਨੇ ਇੱਥੇ ਪੈਸੇ ਨਹੀਂ ਖਰਚੇ ਹੈਗੇ। ਹਾਲਾਂਕਿ ਇਹ ਮੈਂ ਚੀਜ਼ ਲਿਖਣੀ ਭੁੱਲ ਗਿਆ ਕਿ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ ਪੈਸੇ ਖਰਚ ਹੋਏ ਆ। ਸੋ ਉਸ ਤੋਂ ਅੱਗੇ ਲਾਈਕ ਦਾ ਯੂਕੇ ਦੀ ਤਰ੍ਹਾਂ ਟਰਕੀਜ਼ ਅਮਾਊਂਟ ਫॉर ਦੀਜ਼, ਜਿਹੜੀ ਟਰਕੀ ਦੀ ਅਮਾਊਂਟ ਸੀਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ, ਠੀਕ ਹੈ ਜੀ। ਦੀਜ਼ ਹੁਣ ਇੱਥੇ ਮੈਂ ਲਿਖ ਦਿੱਤਾ, ਬਟ ਪਿੱਛੇ ਮੈਂ ਕਲੋਥਿੰਗ ਐਂਡ ਐਂਟਰਟੇਨਮੈਂਟ ਲਿਖਿਆ ਹੀ ਨਹੀਂ ਹੈਗਾ। ਸੋ ਇਸ ਕਰਕੇ ਦੀਜ਼ 'ਚ ਤੁਹਾਨੂੰ ਪ੍ਰੋਬਲਮ ਨਾ ਹੋਵੇ। ਮੈਂ ਦੱਸ ਰਿਹਾ ਕਿ ਇਹ ਸਾਡੀ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਲਈ ਵਰਤਿਆ ਗਿਆ, ਕਿ ਜਿਹੜੀਆਂ ਮੈਂ ਇੱਥੇ ਲਿਖਣੀਆਂ ਸੀ ਚੀਜ਼ਾਂ ਉਹਦੇ ਲਈ ਮੈਂ ਇੱਥੇ ਦੀਜ਼ ਲਗਾ ਦਿੱਤਾ ਸੀਗਾ। ਸੋ ਕਲੋਥਿੰਗ ਐਂਡ ਐਂਟਰਟੇਨਮੈਂਟ ਦੇ ਉੱਤੇ ਯੂਕੇ ਦੀ ਤਰ੍ਹਾਂ ਟਰਕੀ ਦੀ ਜਿਹੜੀ ਅਮਾਊਂਟ ਸੀਗੀ 10% ਸੀਗੀ ਸਿਰਫ, ਠੀਕ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੋਨੋਂ ਹੀ ਆਈਟਮਸ ਦੇ ਉੱਤੇ ਮੈਂ ਇੱਕ ਰਾਊਂਡ ਫਿਗਰ ਲਿਆ ਇਹਦਾ ਵੀ ਚਾਰਾਂ ਦਾ 10%, ਕਿ ਯੂਕੇ ਦੀ ਤਰ੍ਹਾਂ ਟਰਕੀ ਨੇ ਵੀ ਇਹਨਾਂ ਆਈਟਮਸ ਦੇ ਉੱਤੇ, ਦੀਜ਼ ਆਈਟਮਸ ਦੇ ਉੱਤੇ ਆਲਮੋਸਟ 10% ਮਨੀ ਜਿਹੜੀ ਖਰਚੀ ਆ। ਸੋ ਉਹ ਮੈਂ ਇੱਥੇ ਲਿਖ ਦਿੱਤਾ ਹੋਇਆ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਫਰਾਂਸ ਐਂਡ ਸਪੇਨ ਯੂਜ਼ਡ 8% ਬਾਇੰਗ ਕਲੋਥਸ। ਇਹਨਾਂ ਦੋਨਾਂ ਦਾ ਮੈਂ ਇੱਕ ਰਾਊਂਡ ਫਿਗਰ ਲਿਆ, 7 ਐਂਡ 8 ਸੀਗਾ। ਸੋ ਮੈਂ ਕੀ ਲਿਖ ਲਿਆ 8%, ਕਿ ਫਰਾਂਸ ਐਂਡ ਸਪੇਨ ਨੇ ਦੋਨਾਂ ਨੇ 8% ਮਨੀ ਜਿਹੜੀ ਖਰਚੀ ਹੈ ਕਾਹਦੇ ਉੱਤੇ, ਕਲੋਥਸ ਖਰੀਦਣ ਦੇ ਲਈ। ਹਾਫ ਦੈਨ ਔਨ ਐਂਟਰਟੇਨਮੈਂਟ ਇਨ ਬੋਥ ਨੇਸ਼ਨਸ। ਸੋ ਬੋਥ ਨੇਸ਼ਨਸ ਮੀਨਸ ਕਿ ਫਰਾਂਸ ਐਂਡ ਜਪਾਨ, ਜਿਹਦੀ ਗੱਲ ਕਰਕੇ ਆਏ ਪਿੱਛੇ ਉਹਦੀ ਲੱਗ ਗਿਆ ਕਿ ਇਹ ਜਿਹੜਾ ਖਰਚਾ ਹੈਗਾ ਆ 8%, ਹਾਫ ਦੈਨ ਔਨ ਐਂਟਰਟੇਨਮੈਂਟ, ਜਿੰਨਾ ਉਹ ਐਂਟਰਟੇਨਮੈਂਟ 'ਤੇ ਖਰਚ ਕਰਦੇ ਆ ਉਹਦੇ ਨਾਲੋਂ ਇਹ ਅੱਧਾ ਹੈਗਾ। ਸੋ ਇਟ ਮੀਨਸ ਕੀ ਆ ਕਿ ਸਾਡਾ ਆਲਮੋਸਟ ਸਟੂਡੈਂਟ ਜਿਹੜਾ ਹੈਗਾ ਉਹ 16 ਨੂੰ ਮੈਂ ਉਹਨੂੰ ਰਾਊਂਡ ਫਿਗਰ ਲੈ ਲਿਆ ਵਾਲੇ ਨੂੰ, ਅਤੇ ਮੈਂ ਦੱਸ ਦਿੱਤਾ ਕਿ ਫਰਾਂਸ ਐਂਡ ਸਪੇਨ ਜਿੰਨਾ ਪੈਸਾ ਕਲੋਥਿੰਗ ਦੇ ਉੱਤੇ ਖਰਚਦੇ ਆ, ਜੋ ਕਿ 8% ਆ, ਇਹ ਉਹਦੇ ਐਂਟਰਟੇਨਮੈਂਟ ਦੇ ਖਰਚੇ ਦੇ ਨਾਲੋਂ ਆਲਮੋਸਟ ਕੀ ਹੈਗਾ, ਹਾਫ ਹੈਗਾ। ਸੋ ਇਹਨੂੰ ਵੀ ਮੈਂ ਇੱਥੇ ਕੰਪੈਰੀਜ਼ਨ ਕਰ ਦਿੱਤਾ ਜਿੱਥੇ ਮੇਰਾ ਜ਼ਰੂਰੀ ਸੀਗਾ। ਸੋ ਹੋਪ ਹੈ ਕਿ ਸਟੂਡੈਂਟ ਤੁਸੀਂ ਚਾਰਟ ਜਿਹੜਾ ਪਹਿਲਾਂ ਸਮਝ ਗਏ ਹੋਗੇ ਵੀ ਕਿੱਦਾਂ ਲਿਖਿਆ ਗਿਆ ਇਹ ਵਾਲਾ, ਠੀਕ ਹੈ ਜੀ। ਇਹਦੇ ਵਿੱਚ ਮੈਂ 3 ਸੈਂਟੈਂਸ ਬਣਾਏ ਆ, ਹਾਲਾਂਕਿ ਇੱਥੇ ਮੈਂ ਕੁਝ ਕੁ ਚੀਜ਼ਾਂ ਮਿਸ ਕਰ ਗਿਆ, ਪਰ ਮੈਂ ਤੁਹਾਨੂੰ ਸਮਝਾਤੀਆਂ, ਹੋਪ ਤੁਹਾਨੂੰ ਸਮਝ ਵੀ ਲੱਗ ਗਿਆ ਹੋਊਗਾ ਉਹ ਚੀਜ਼ਾਂ। ਸੋ ਕਹਿਣ ਦਾ ਮੇਰਾ ਮਤਲਬ ਹੈਗਾ, ਹੁਣ ਅਗਰ ਆਪਾਂ ਦੇਖੀਏ ਸਟੂਡੈਂਟ ਤੇ ਸੈਂਟੈਂਸ ਵਗੈਰਾ, ਸੈਂਟੈਂਸਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਮੈਂ ਕਾਫੀ ਵੈਰਾਈਟੀ ਸ਼ੋ ਕੀਤੀ ਆ। ਇਸ ਸੈਂਟੈਂਸ ਦੇ ਵਿੱਚ ਮੈਂ ਕਾਫੀ ਇਨਫੋਰਮੇਸ਼ਨ ਨੂੰ ਕੰਬਾਈਨ ਕਰਕੇ ਲਿਖਿਆ ਆ। ਵੋਕੈਬਲਰੀ ਤੁਸੀਂ ਦੇਖ ਸਕਦੇ ਆ, ਹਾਫ ਆਫ ਦਾ ਐਕਸਪੈਂਡੀਚਰ ਇਨ ਆਲ ਦਾ ਨੇਸ਼ਨਸ, ਹਾਊਐਵਰ ਇੱਥੇ ਮੈਂ ਐਕਟਿਵ ਸੈਂਟੈਂਸ ਬਣਾਇਆ ਕਿ ਫਰਾਂਸ, ਜਰਮਨੀ ਐਂਡ ਯੂਕੇ ਜਿਹੜੇ ਉਹ ਸਪੈਂਡ ਕਰਦੇ ਆ ਕਿੰਨਾ, ਕੰਪੈਰੀਜ਼ਨ ਕੀਤਾ ਹੋਇਆ ਮੋਰ ਦੇ ਨਾਲ। ਹਾਊਸਿੰਗ ਦੇ ਉੱਤੇ ਵਾਈ ਲਗਾ ਕੇ ਫਿਰ ਕੰਪੈਰੀਜ਼ਨ। ਟਰਕੀ ਐਂਡ ਸਪੇਨ ਲੀਡ, ਇਸ ਤਰ੍ਹਾਂ ਦੀ ਵੋਕੈਬਲਰੀ ਸਟੂਡੈਂਟ ਖਿਆਲ ਰੱਖੋ। ਲੀਡ ਇਨ ਫੂਡ ਐਂਡ ਡਰਿੰਕਸ, ਲੈਸ ਮਨੀ
घट पैसे खर्चे जाते हैं काहदे उत्ते पैसिव वॉइस यूज़ किया क्लोज हैंड इक्वेशन के उत्ते सारिਆਂ ਦੇ ਦੁਆਰਾ सो रैपीटिशन नहीं किया बाय ऑल लिख दिता। इस तरह के टू बिगिन विद एक्सपेंडिचर ऑन हाउसिंग इन फ्रांस जर्मनी एंड यूके इज़ आलमोस्ट सिंपल सेंटेंस यूज़ किया होया है। वाइल लगा के टर्की एंड स्पेन स्पेंड नीयरली अगेन एक्टिव सेंटेंस ਤੁਸੀਂ ਦੇਖਦਾ ਕਿ ਇੱਥੋਂ ਬਾਅਦ ਇੱਥੇ ਮੇਰਾ ਸੈਂਟੈਂਸ ਆਇਆ। ਕੁਛ ਕੁ ਵਰਬ ਸਟੂਡੈਂਟ ਹੁੰਦੇ ਆ ਜਿਹੜੇ ਸਾਡੇ ਕੋਲ ਸਿਨੋਨਿਮ ਨਹੀਂ ਹੁੰਦੇ, ਸੋ ਉਹਨਾਂ ਨੂੰ ਰਿਪੀਟ ਕਰ ਵੀ ਲਵਾਂਗੇ ਤਾਂ ਐਗਜ਼ਾਮੀਨਰ ਉਹਦੇ ਲਈ ਕੋਈ ਜ਼ਿਆਦਾ ਤੁਹਾਨੂੰ ਪ੍ਰੋਬਲਮ ਨਹੀਂ ਹੋ ਸਕਦੀ, ਕਿਉਂਕਿ ਐਗਜ਼ਾਮੀਨਰ ਨੂੰ ਪਤਾ ਕਿ ਇਹਦੇ ਲਈ ਜ਼ਿਆਦਾ ਵੋਕੈਬਲਰੀ ਨਹੀਂ ਹੈਗੀ। ਠੀਕ ਹੈ ਜੀ, ਸੋ ਇਹ ਦੇਖ ਸਕਦੇ। ਫਿਰ ਇਨ ਕੰਟਰਾਸਟ ਜਿੱਥੇ ਸੂਟ ਕੀਤਾ ਉੱਥੇ ਆ ਕੇ ਹੀ ਮੈਂ ਇੱਕ ਕੋਹੀਜ਼ਿਵ ਡਿਵਾਈਸ ਜਿਹੜਾ ਲਗਾਇਆ ਹੋਇਆ ਇੱਥੇ ਕਿ ਇਨ ਕੰਟਰਾਸਟ ਕਿ ਮੇਰੀ ਪਿਛਲੀ ਇਨਫੋਰਮੇਸ਼ਨ ਜਿਹੜੀ ਹੈ ਇਹਦੇ ਨਾਲੋਂ ਓਪੋਜ਼ਿਟ ਹੈਗੀ ਹੈ। ਸੋ ਇਸ ਕਰਕੇ ਇਨ ਕੰਟਰਾਸਟ ਮੋਰ ਦੈਨ 30% ਰਾਊਂਡ ਫਿਗਰ ਕੱਢਿਆ। फिर अगे पैसिव वॉइस यूज़ किया ऑन फूड आइटम्स बाय टर्की एंड स्पेन वेयर एज अदर 3 नेशनस मेरा रैपीटिशन हो इस करके मैं लिख देता अदर 3 नेशनस स्पेंड अगेन एक्टिव सेंटेंस बिटवीन 22 to 27% ऑन दैम रैपीटिशन नहीं किया। ऑन द अदर हैंड 15% 19% ऑफ द आउटले अकाउंट फॉर जर्मनी विच इज़ द हाईएस्ट। इत्थे आके मैं एक होर कंपलैक्स सेंटेंस यूज़ किया जिन्होंने आप कहने रैलेटिव प्रनाउन। सो इत्थे फिर कंपलैक्सिटी आ गई ये स्टूडेंट्स। लाइक द यूके सिमिलैरिटी शो करने के लिए मैं यूट्यूब के उत्ते एक वीडियो पाई है कि सिमिलैरिटीज़ किद्दां शो करनी जो कोई कंट्री सेम करनी है। सो मैं की कर दिता लाइक द यूके की तरह टर्की का जोड़ा अमाउंट हैगा आ इन्हां आइटम्स के लिए वो सिर्फ 10% सीगा। ओनली लगा के इत्थे मैं सेंटेंस नूं जिहड़ा वधिया बनाया कि इत्थे ओनली लिखना सेंटेंस वधिया हो गया। फ्रांस एंड स्पेन यूज्ड फ्रांस एंड स्पेन ने की यूज़ किया 8% मनी बाइंग क्लोज। इत्थे फिर मैं एक स्टूडेंट नाल ही फ्रेज लगा के इन्हां दोनों नूं कंपैरिजन भी कर दिता। सो हर एक सेंटेंस ਦੇ ਵਿੱਚ ਵੈਰਾਈਟੀ ਸ਼ੋ ਕੀਤੀ ਆ। ਮੈਂ ਸਬੋਰਡੀਨੇਟ ਕਲੋਜ਼ ਵੀ ਯੂਜ਼ ਕੀਤੇ ਆ, ਮੈਂ ਐਕਟਿਵ ਸੈਂਟੈਂਸ ਵੀ ਯੂਜ਼ ਕੀਤੇ, ਮੈਂ ਪੈਸਿਵ ਵੌਇਸ ਵੀ ਯੂਜ਼ ਕੀਤੇ ਐਂਡ ਮੈਂ ਸਿੰਪਲ ਸੈਂਟੈਂਸ ਵੀ ਯੂਜ਼ ਕੀਤੇ। ਸੋ 4-5 ਤਰ੍ਹਾਂ ਦੇ ਸੈਂਟੈਂਸ ਹੈਗੇ ਆ। ਸੋ ਇਹਦੇ ਵਿੱਚੋਂ ਸਾਨੂੰ ਗ੍ਰਾਮਰ, ਠੀਕ ਹੈ ਜੀ, ਟਾਸਕ ਰਿਸਪੌਂਸ ਕਹਿ ਲਈਏ ਜਾਂ ਟਾਸਕ ਅਚੀਵਮੈਂਟ ਕਹਿ ਲਈਏ, ਉਹਦੇ ਵੀ ਵਧੀਆ ਨੰਬਰ ਮਿਲਣਗੇ। ਗ੍ਰਾਮਰ ਦੇ ਤਾਂ ਮਿਲਣੇ ਹੀ ਮਿਲਣੇ ਕਿਉਂਕਿ ਆਪਾਂ ਵੈਰਾਈਟੀ ਆਫ ਸੈਂਟੈਂਸਿਸ ਯੂਜ਼ ਕੀਤੇ ਆ। ਸੋ ਗ੍ਰਾਮੈਟੀਕਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਸਾਡਾ ਜਿਹੜਾ ਗ੍ਰਾਮੈਟੀਕਲ ਹੈਗਾ ਆ ਤੇ ਉਹਦੇ ਵਿੱਚ ਅਗਰ ਤੁਸੀਂ ਵੈਰਾਈਟੀ ਆਫ ਸੈਂਟੈਂਸਿਸ ਯੂਜ਼ ਕਰਦੇ ਆ ਤਾਂ ਸਟੂਡੈਂਟ ਤੁਸੀਂ 7 ਬੈਂਡ ਤੋਂ ਪਲੱਸ ਹੀ ਜਾਓਗੇ, 6 ਤੋਂ ਡਾਊਨ ਤਾਂ ਕਦੇ ਵੀ ਨਹੀਂ ਜਾ ਸਕਦੇ। टास्क रिस्पॉन्स टास्क अचीवमेंट के तुसीं देख लो मैं कोई भी चीज़ छड्डी नहीं हैगी, बड़ी क्लीयर हर एक चीज़ लिखी है। बट ये भी नहीं है कि मैं बहुता डिटेल पर फोकस किया, बड़े क्लीयरली जो हर इन्फॉर्मेशन लिखा ताकि पढ़ने वाला बई कन्फ्यूज़ ना हो, सिर्फ 2-2 3-3 सेंटेंस बना के। उस तो बाद स्टूडेंट साढ़े आते लैक्सीकल सोर्सिस जिन्होंने असीं कहने वोकैबलरी, तो वोकैबलरी तुसीं दे सकते हैं। मैं हर जगह कदे लीड करके हाफ ऑफ द एक्सपेंडिचर 1/3 इस तरह के स्पेंड नियरली 20% ऑन इट, ठीक है जी। अदर 3 नेशनस ताकि मेरी चीज़ां रिपीट ना, लाइक द यूके किस तरह हाईएस्ट अमाउंट, अकाउंट फॉर स्टूडेंट आउटले, हर एक वर्ड में जोड़ा चेंज किया। सो लैक्सीकल सोर्सिस भी साढ़े इत्थे बहुत वधिया गए हैं। एंड आफ्टर दैट साडा ग्रामैटिकल रेंज एंड एक्यूरेसी जोड़ा पहला बाद दे विच आउणा सीगा। कोहेरेंस एंड कोहेजन जी और हैगी, कोहेरेंस एंड कोहेजन तुसीं दे सकते मैं वेयर एज यूज़ किया होया, स्टूडेंट वाइल यूज़ किया होया, इन कंट्रास्ट यूज़ किया होया। सो इस तरीके दे नाल असीं लाइक यूज़ किया सिमिलैरिटी शो करन दे लई। सो उस तो बाद असीं पैराग्राफ्स नूं जोड़न दे लई असीं कुछ होर ट्रांजिशनस यूज़ कीतियां जिवें कि ऑन द अदर हैंड, टू बिगिन विद। सो ये है स्टूडेंट साडे कोहेरेंस एंड कोहेजन के नंबर। सो डेफिनेटली इस तरह का जो राइटिंग टास्क बनना तुहाडा 7+ जरूर जाऊगा, मेरी गारंटी है। सो स्टूडेंट तुसीं वीडियो रोक के इनू पढ़ सकते, एक बारी मैच करके देख सकते किस तरीके नाल लिखा गया, किद्दां इन्फॉर्मेशन चूज़ की है। फाइनली बहुत ज़्यादा लंबी हो गई है वीडियो, इस करके मैं खत्म करन लगा। वीडियो अगर चंगी लगी तो स्टूडेंट लाइक जरूर कर दिओ, लाइक बहुत घट आउंदे आ, व्यूज़ काफ़ी आउंदे वीडियो के उत्ते, लाइक जरूर कर दिया करो, तुहाडे लई होर कंटेंट लैके आवां इस तरीके का। सो अगर वीडियो चंगी लगी तो फाइनली अगेन फिर कहना चाहुंदा स्टूडेंट लाइक जरूर करियो एंड बाकी नाल भी शेयर कर दिओ ताकि होर भी ज़्यादा स्टूडेंट जिहड़े इस चीज़ का फायदा लै सकन। एंड सब तो इंपॉर्टेंट चीज़ जिहड़ी स्टूडेंट हैगी वो दैट इज़ डोंट फॉरगेट टू सबसक्राइब माई चैनल फॉर दीज काइंड ऑफ वीडियोज़। एंड अपार्ट फ्रॉम दिस यू कैन आल्सो आस्क योर क्वेश्चनस एंड किहड़े चाहते ते तुसीं वीडियो चाहुंदे हो भी तुसीं मैनूं दस सकदे। अगर कोई क्वेरी हैगी आ तो मैनूं WhatsApp कर सकते हैं, जां कॉमेंट करके तुसीं पुछ सकते हैं, तुहाडी क्वेरी भी जिहड़ी ईजीली हल की जाऊगी। सो अगेन नवीं वीडियो दे नाल मिलदे हैं। थैंक यू।